Everybody must be thinking. First, I welcome you all, repeating the words of my predecessor, Mr. Manish. What is notes? I mean, you are taking notes, and but a misnomer hai. It is also called as NOS, N-O-S in Europe, mostly in Germany, where most of the notes is being done. That is basically it is a natural opening or a natural orifice surgery. We are using the natural orifices of the body, which can be the mouth, it can be the anus of a person, it can be the navel, it can be the vagina of a woman, and it was also tried कि patient ਦਾ ਜਿਹੜਾ urethra ਹੁੰਦਾ पेशाब वाली नाड़ी. Natural orifice transluminal endoscopic surgery, that is the technical form. Just a bit of history कि पहला ये सर्जरी की ਹੁੰਦੀ ਸੀਗੀ ਗੋਲ ਬੈਡਰ ਦੀ. ਇਹ ਆ ਜਿਹੜਾ ਇਨਸੀਜਨ ਤੁਸੀਂ ਸਾਰੇ ਦੇਖ ਰਹੇ ਹੋ, ਦਿਸ ਇਜ਼ ਦ ਰਿਜ਼ਲਟ ਜਿਹੜਾ ਅੱਜ ਤੋਂ ਤਕਰੀਬਨ ਸਨ 90 ਤੋਂ ਪਹਿਲਾਂ ਬਿਫੋਰ 1990 ਏਡੇ ਏਡੇ ਵੱਡੇ ਇਨਸੀਜਨ ਹੁੰਦੇ ਸੀਗੇ. 4 ਇੰਚ 5 ਇੰਚ ਦਾ ਚੀਰਾ ਹੋਣਾ, ਸਾਰਾ ਪੇਟ ਖੋਲ੍ਹਣਾ ਔਰ ਉਹਦੇ ਵਿੱਚੋਂ ਫਿਰ ਗੋਲ ਬੈਡਰ ਦਾ ਆਪਰੇਸ਼ਨ ਹੁੰਦਾ ਸੀਗਾ. ਕਿਉਂਕਿ ਪਹਿਲਾਂ ਟੈਕਨੋਲੋਜੀ ਨਹੀਂ ਸੀ, ਲੈਪਰੋਸਕੋਪਸ ਨਹੀਂ ਸੀ ਇਨਵੈਂਟ ਹੋਏ. ਵਿਦ ਦ ਐਡਵੈਂਟ ਆਫ ਨਵੇਂ ਹਾਈ ਡੈਫੀਨੇਸ਼ਨ ਕੈਮਰਾਜ਼, ਅੱਜ ਤੋਂ 25 ਸਾਲ ਪਹਿਲਾਂ ਉਹਨੇ ਵਧੀਆ ਨਹੀਂ ਸੀ, ਹੁਣ ਤਾਂ ਬਹੁਤ ਵਧੀਆ ਕੈਮਰਾ ਸਿਸਟਮਸ ਆ ਗਏ ਨੇ. ਸੋ ਪਹਿਲੀ ਲੈਪਰੋਸਕੋਪਿਕ ਸਰਜਰੀ, ਲੈਪਰੋਸਕੋਪਿਕ ਗੋਲ ਬੈਡਰ ਰਿਮੂਵਲ 1987 ਦੇ ਵਿੱਚ ਡਾਕਟਰ ਫਿਲਿਪ ਮੋਰੇ ਨੇ ਕੀਤਾ ਸੀਗਾ. ਤੇ 4-5 ਸਾਲ ਲੋਕਾਂ ਨੇ ਉਹਨਾਂ ਨੂੰ ਦੇਖਿਆ ਤੇ ਫਿਰ ਅਮਰੀਕਾ ਨੇ ਡਿਕਲੇਅਰ ਕਰ ਦਿੱਤਾ ਕਿ 1992 ਦੇ ਵਿੱਚ ਕਿ ਸਭ ਇਹ ਗੋਲਡ ਸਟੈਂਡਰਡ ਬਣਾ ਦਿੱਤਾ ਗਿਆ ਵੀ ਗੋਲ ਬੈਡਰ ਸਰਜਰੀ ਲਈ ਸਭ ਤੋਂ ਵਧੀਆ ਗੋਲਡ ਸਟੈਂਡਰਡ ਸੇਫ ਉਹਨਾਂ ਨੇ ਟਰਾਇਲਸ ਉਸ ਵੇਲੇ ਕੀਤੀਆਂ ਸੀਗੀਆਂ ਕਿ ਇਹ ਲੈਪਰੋਸਕੋਪਿਕ ਕੋਲੀਸਿਸਟੈਕਟਮੀ ਕਰੋ, ਇਹ ਸਰਜਰੀ ਨਾ ਕੀਤੀ ਜਾਵੇ. ਵੱਡੇ ਚੀਰੇ ਦੀ ਹੁਣ ਕੋਈ ਲੋੜ ਨਹੀਂ ਹੈ, ਤੁਸੀਂ ਵਧੀਆ ਤਰੀਕੇ ਨਾਲ ਆਫਟਰ ਗੁੱਡ ਟ੍ਰੇਨਿੰਗ 4 ਪੋਰਟ ਸਰਜਰੀ ਕਰ ਸਕਦੇ ਹੋ. ਇਹ ਆ ਗਈ 4 ਪੋਰਟ ਸਰਜਰੀ. ਇਹ ਤੁਸੀਂ ਦੇਖ ਰਹੇ ਹੋ ਇੱਥੇ ਪੇਸ਼ੈਂਟ ਦੀ ਧੁੰਨੀ ਹੈਗੀ ਹੈ, ਨੇਵਲ ਔਰ ਅੰਬਲਾਈਕਸ ਕਹਿੰਦੇ ਆ. ਇੱਕ ਚੀਰਾ ਉਹਦੇ ਉੱਪਰ ਹੁੰਦਾ, ਇਹ ਉਹਦੇ ਉੱਪਰ ਇੱਕ ਹੋਰ ਹੁੰਦਾ ਜਿਹਦੇ ਚੋਂ ਗੋਲ ਬੈਡਰ ਬਾਹਰ ਕੱਢਿਆ ਜਾਂਦਾ. 2 ਚੀਰੇ ਛੋਟੇ ਛੋਟੇ ਸਾਈਡਾਂ ਦੇ ਉੱਤੇ ਹੁੰਦੇ ਆ. ਇਹੋ ਜਿਹੇ ਜਿਹੜੇ ਗੰਦੇ ਸਕਾਰ ਨੇ ਸਾਰਿਆਂ 'ਚ ਨਹੀਂ ਬਣਦੇ, ਬਟ ਤਕਰੀਬਨ 4-5% ਆਫ ਕੇਸਿਸ ਦੇ ਵਿੱਚ ਇਹ ਨਾਰਮਲ ਜਿਹੜੀ 4 ਪੰਕਚਰ ਵਾਲੀ 4 ਕੱਟ ਵਾਲੀ ਲੈਪਰੋਸਕੋਪੀ ਹੈ ਉਹਦੇ 'ਚ ਬਣ ਜਾਂਦੇ ਨੇ. ਇਹ ਜਿਹੜੇ ਮੋਰੀਆਂ ਨੇ ਇਹਨਾਂ ਨੂੰ ਅਸੀਂ ਪੋਰਟਸ ਕਹਿੰਦੇ ਆ. ਇਹ ਜਸਟ 4 ਪੋਰਟ ਲੈਪਰੋਸਕੋਪੀ ਜਿਹਨੂੰ ਕਿ ਅੱਜ ਹਾਲੇ ਵੀ ਗੋਲਡ ਸਟੈਂਡਰਡ ਮੰਨਦੇ ਆ. ਔਰ ਜਿਹਨੇ ਕੱਲ੍ਹ ਨੂੰ ਨੋਟਸ ਕਰਨੀ ਹੈ ਜਾਂ ਸਿੰਗਲ ਇਨਸੀਜਨ ਕਰਨੀ ਹੈ ਜਾਂ ਹੋਰ ਕਈ ਹੋਰ ਟੈਕਨੀਕਸ ਨੇ ਗੋਲ ਬੈਡਰ ਕਰਨ ਦੀਆਂ, ਇਹ ਉਹਨਾਂ ਤੋਂ ਪਹਿਲਾਂ ਕਿਸੇ ਵੀ ਸਰਜਨ ਨੂੰ ਆਉਣੀਆਂ ਬਹੁਤ ਜ਼ਿਆਦਾ ਜ਼ਰੂਰੀਆਂ ਨੇ. ਦਿਸ ਇਜ਼ ਆਰ ਲਿਵਰ, ਇਹਦੇ ਥੱਲੇ ਇੱਥੇ ਗੋਲ ਬੈਡਰ ਜੁੜਿਆ ਹੁੰਦਾ. ਇਹ 4 ਕੱਟ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਸੀਗੇ, ਧੁੰਨੀ 'ਚ ਪਹਿਲਾ ਕੱਟ ਜਾਂਦਾ, ਇਹਦੇ 'ਚ ਕੈਮਰਾ ਵੀ ਹੈ, ਇਹਦੇ ਅੰਦਰ ਗੈਸ ਵੀ ਜਾਂਦੀ ਹੈ, ਇਹ ਕੈਮਰੇ ਨਾਲ ਗੋਲ ਬੈਡਰ ਦੇਖਿਆ ਜਾਂਦਾ. ਇਹ ਇਸ ਤਰ੍ਹਾਂ ਹੀ 1 ਸੈਂਟੀਮੀਟਰ ਤੋਂ ਉੱਪਰ ਇੱਕ ਕੱਟ ਉੱਪਰ ਹੁੰਦਾ, 2 5-5 mm ਦੇ ਅੱਧਾ ਸੈਂਟੀਮੀਟਰ ਦੇ ਇੱਥੇ ਹੁੰਦੇ ਨੇ. ਇਹਨਾਂ ਨਾਲ ਗੋਲ ਬੈਡਰ ਨੂੰ ਸਟੇਬਲਾਈਜ਼ ਕੀਤਾ ਜਾਂਦਾ, ਬਾਕੀ ਕੁਝ ਲੇਜ਼ਰ ਸਿਸਟਮ ਲੱਗਦੇ ਨੇ. ਸੋ ਇਹ ਨਾਰਮਲੀ 4 ਕੱਟ ਵਾਲੀ ਲੈਪਰੋਸਕੋਪਿਕ ਸਰਜਰੀ ਪਿਛਲੇ 25 ਸਾਲਾਂ ਤੋਂ ਇਹ ਚੱਲ ਰਹੀ ਹੈ. ਮੈਂ ਥੋੜ੍ਹੀ ਜਿਹੀ ਹਿਸਟਰੀ ਜਾਣ ਲੱਗਾ ਕਿ ਜਦੋਂ ਮੈਂ ਸ਼ੁਰੂ ਕੀਤੀ ਸੀਗੀ, ਆਈ ਰਿਮੈਂਬਰ ਬਹੁਤ ਆਪੋਜੀਸ਼ਨ ਸੀਗੀ. ਦੈਟ ਇਜ਼ ਵੇ ਬੈਕ ਇਨ 1998, ਜਿਸ ਵੇਲੇ ਸਿਟੀ ਦੇ ਵਿੱਚ ਕੋਈ ਨਹੀਂ ਸੀ ਕਰ ਰਿਹਾ. ਆਈ ਵਾਜ਼ ਦ ਫਸਟ ਵਨ ਟੂ ਡੂ ਦਿਸ. ਮੈਨੂੰ 1-1 ਘੰਟਾ ਪੇਸ਼ੈਂਟ ਦੇ ਕੋਲ ਬੈਠਣਾ ਪੈਂਦਾ ਸੀਗਾ, ਪੇਸ਼ੈਂਟ ਨੂੰ ਪਤਾ ਹੀ ਨਹੀਂ ਸੀ ਹੁੰਦਾ. ਬਟ ਸਾਨੂੰ ਉਹਦਾ ਐਡਵਾਂਟੇਜ ਇਹ ਸੀਗਾ ਕਿ ਇਹ ਟੈਕਨੀਕ 1998 ਦੇ ਵਿੱਚ ਵਰਲਡ ਦੇ ਵਿੱਚ ਪਪੂਲਰਾਈਜ਼ ਹੋ ਗਈ ਸੀ, ਕਿਤਾਬਾਂ ਜਰਨਲਸ ਆ ਚੁੱਕਾ ਸੀਗਾ. ਲਾਸਟ ਅਬਾਊਟ 2007-8 ਤੋਂ ਅਸੀਂ ਕਰ ਰਹੇ ਸੀਗੇ. ਆਈ ਵਾਜ਼ ਥਿੰਕਿੰਗ ਕਿ ਅਸੀਂ ਵੀ ਉਹੀ ਸਰਜਰੀ ਕਰ ਰਹੇ ਹਾਂ, ਨੋਟਸ ਜਿਵੇਂ ਅਮਰੀਕਾ ਦੇ ਕਰ ਰਹੇ, ਜਰਮਨੀ ਕਰ ਰਹੇ ਨੇ, ਹੋਰ ਕਿੱਦਾਂ ਕਰਦੇ ਹੋਣੇ. ਮੈਂ ਇਹਨਾਂ ਨੂੰ ਆਪਣੀ ਟੈਕਨੀਕ ਭੇਜੀ, ਇਹਨਾਂ ਨੂੰ ਇਹਨਾਂ ਦੀਆਂ ਗਾਈਡਲਾਈਨਸ ਮੰਗੀਆਂ ਤੇ 2-3 ਮਹੀਨੇ ਤੱਕ ਕੁਝ ਨਹੀਂ ਹੋਇਆ. Why I am talking about this is very important for not only me, this is a very important thing what happened there for India. This was the proudest moment for me as an Indian, as a person from Chandigarh, jo agge hoya. They asked me कि Dr. Dhillon, please send us your videos कि तुसीं की करदे हो. I sent them my videos and they selected that कि you give us the inaugural lecture for our conference. I didn't know why. मैं कहा शायद कोई whatever कोई इंडियन भरा बैठा होते. Nothing like that. It doesn't work like that. If you are good, they'll call you. Otherwise, this institution will जो मर्जी कर. It's not a paid thing. ਤੁਸੀਂ ਪੇ ਕਰਕੇ ਨਹੀਂ ਜਾ ਸਕਦੇ ਕਾਨਫਰੰਸ ਦਾ. ਤੁਸੀਂ ਆਪਣਾ $5000 ਦਿੱਤਾ ਤੇ they will call you. You send them your work. If it is worth it, then they will call you. That person can be from China or any other country, underdeveloped country. It has to be worth it, of some international level. Second thing which I got was, they had nominated me already, which I came to know there. Dr. Dhillon, we have nominated you for the International Innovator of the Year award for your notes technique.
They had been doing 10-year trials. This was 2015 culmination of that trial in India. This was the best and the most proud moment of my life. ਉਸ ਤੋਂ ਵੱਡੀ ਮੇਰੇ ਲਈ ਫਖਰ ਦੀ ਗੱਲ ਨਹੀਂ ਸੀ ਕਿ ਐਜ਼ ਐਨ ਇੰਡੀਅਨ ਐਂਡ ਦੈਟ ਆਮ ਸ਼ੇਅਰਿੰਗ 4 port 4 cut ਉਹਦੇ ਵਿੱਚ ਮਾਈਲਡ ਟੂ ਮੋਡਰੇਟ ਪੇਨ ਹੈ। ਨੋਟਸ ਦੇ ਵਿੱਚ ਇਟ ਇਜ਼ ਨੀਲ ਟੂ ਵੈਰੀ ਮਾਈਲਡ। ਅਸੀਂ ਕਈ ਪੇਸ਼ੈਂਟਸ ਦੇ ਵਿੱਚ ਸਾਡੇ ਨੋਟਸ ਕੀਤੇ ਨੇ, ਤਕਰੀਬਨ ਅਸੀਂ ਇਸ ਵੇਲੇ 950 ਨੋਟਸ ਕਰ ਚੁੱਕੇ ਹਾਂ। ਟੋਟਲ ਮੇਰੇ ਖਿਆਲ ਮੈਂ ਗੋਲ ਬੈਡਰ ਤਕਰੀਬਨ 12-13 ਹਜ਼ਾਰ ਗੋਲ ਬੈਡਰ ਟੋਟਲ ਕਰ ਚੁੱਕਾ ਲੈਪਰੋਸਕੋਪਿਕ ਕੋਲੀਸਿਸਟੈਕਟਮੀਜ਼। ਕਈ ਪੇਸ਼ੈਂਟਸ ਨੂੰ ਤਾਂ ਜ਼ੀਰੋ ਪੇਨ ਹੁੰਦੀ ਹੈ ਔਰ ਉਹ ਪੇਸ਼ੈਂਟ ਮੇਰੇ ਕੋਲ ਖੁਦ ਆਪਣੇ ਅਲਟਰਾਸਾਊਂਡ ਦੁਬਾਰਾ ਬਾਹਰੋਂ ਕਰਵਾ ਕੇ ਆਏ ਕਿ ਡਾਕਟਰ ਸਾਹਿਬ ਅਸੀਂ ਕਰਵਾ ਲਿਆ ਫਿਰ ਵੀ ਕਿ ਪਤਾ ਨਹੀਂ ਦਰਦ ਤਾਂ ਹੋਈ ਨਹੀਂ ਹੈਗੀ, ਤੁਸੀਂ ਸਾਡਾ ਪਿਤਾ ਕੱਢਿਆ ਵੀ ਹੈ ਕਿ ਨਹੀਂ। ਵਾਟ ਆਮ ਟ੍ਰਾਈਂਗ ਟੂ ਸੇ ਇਜ਼ ਕਿ ਦਿਸ ਵਾਜ਼ ਅ ਸਰਪ੍ਰਾਈਜ਼ ਟੂ ਅਸ ਕਿ ਨੋਟਸ ਅਦਰ ਦੈਨ ਦ ਸਕਾਰ ਇਜ਼ ਅ ਪੇਨਲੈਸ ਪ੍ਰੋਸੀਜਰ। ਨੈਕਸਟ ਥਿੰਗ, ਸਕਾਰ ਤਾਂ ਪਹਿਲਾਂ ਹੀ ਗੱਲ ਹੋ ਚੁੱਕੀ ਹੈ। ਹਰਨੀਆਂ ਅਗੇਨ ਵੀ ਫਾਊਂਡ ਆਊਟ, ਕਿਉਂਕਿ ਛੋਟੇ ਜਿਹੇ ਸਿਰਫ ਧੁੰਨੀ ਦੇ ਹੀ ਪੰਕਚਰਸ ਨੇ, ਹਰਨੀਆਂ ਬਣਨ ਦਾ ਸਵਾਲ ਹੀ ਨਹੀਂ ਉੱਠਦਾ। ਜੇ ਕੋਈ ਵੀ ਪੇਟ ਦੇ ਵਿੱਚ ਪੰਕਚਰ ਤੁਹਾਡਾ ਆਪਣਾ 6-7 mm ਤੋਂ ਥੱਲੇ ਉਹਦੇ 'ਚ ਹਰਨੀਆਂ ਨਹੀਂ ਬਣਦਾ। ਇਹ ਇੰਟਰਨੈਸ਼ਨਲ ਸਟੱਡੀਜ਼ ਨੇ ਐਂਡ ਹੇਅਰ ਯੂ ਕੈਨ ਸੀ these are all international injury 0.5 to 1%, that is about 10 people out of 1000 will have a vessel injury। ਇਹ ਨੋਟ ਸਰਜਰੀ ਦੇ ਨਾਲ ਹੁਣ ਵਰਲਡ ਵਾਈਡ ਅਦਰ ਦੈਨ ਗੋਲ ਬੈਡਰ ਕੀ ਕੀਤਾ ਜਾ ਰਿਹਾ। ਸੋ ਗੋਲ ਬੈਡਰ ਇਜ਼ ਕੋਲੀਸਿਸਟੈਕਟਮੀ, ਅਪੈਂਡਿਕਸ ਅਸੀਂ ਕੀਤਾ, ਦਿਸ ਅਗੇਨ ਆਈ ਸ਼ੋਡ ਇਨ ਨੋਸਕਾਰ ਇਨ USA। ਹਿਸਟੈਕਟਮੀ ਯੂਟਰਸ ਰਿਮੂਵਲ ਵੀ ਸੇਮ ਟੈਕਨੀਕ ਨਾਲ ਅਸੀਂ ਕਰ ਰਹੇ ਹਾਂ। ਤੇ ਅਗੇਨ ਦਿਸ ਇਜ਼ ਅ ਟੈਕਨੀਕ ਜਿਹੜੀ ਬਾਈ ਮਾਈ ਨੇਮ ਐਜ਼ ਅ ਢਿੱਲਨ ਟੈਕਨੀਕ ਇਜ਼ ਅਗੇਨ ਪਬਲਿਸ਼ਡ ਇਨ USA। ਮੇਰੀ ਨੋਟਸ ਦੀ ਜਿਹੜੀ ਦੂਜੀ ਢਿੱਲਨ ਟੈਕਨੀਕ ਹੈ ਉਹ ਇੰਡੀਆ ਦੇ ਜਿਹੜਾ ਸਾਡਾ ਬੈਸਟ ਜਰਨਲ ਹੈ GMAS ਦੈਟ ਇਜ਼ ਪਬਲਿਸ਼ਡ ਐਂਡ ਅਗੇਨ ਇੰਟਰਨੈਸ਼ਨਲੀ ਐਕਸੈਪਟਡ। ਟਿਊਬੈਕਟਮੀਜ਼ ਕਰ ਸਕਦੇ ਹਾਂ ਨੋਟਸ ਦੇ ਨਾਲ। ਸਾਲਪੈਂਜੈਕਟਮੀਜ਼ ਕਿ ਜਿਹਨਾਂ ਲੇਡੀਜ਼ ਨੇ ਆਪਣੀ ਟਿਊਬੈਕਟਮੀ ਕਰਵਾਉਣੀ ਹੈ ਜਾਂ ਉਹਨਾਂ ਦੀ ਟਿਊਬਾਂ ਦੇ ਵਿੱਚ ਪਾਣੀ ਪੈ ਗਿਆ, ਉਹ ਸਾਲਪੈਂਜੈਕਟਮੀ ਅਸੀਂ ਨੋਟਸ ਟੈਕਨੀਕ ਨਾਲ ਕਰ ਲੈਂਦੇ ਹਾਂ। ਓਵਰੀਜ਼ ਦੇ ਸਿਸਟ ਕਰ ਲੈਂਦੇ ਹਾਂ। ਯੂਟਰਸ ਦੇ ਜਿਹੜੇ ਮਾਇਓਮਾ ਜਾਂ ਫਾਈਬਰੋਇਡਸ ਇਸ ਟੈਕਨੀਕ ਨਾਲ ਕਰ ਲੈਂਦੇ ਹਾਂ। ਯੂਰੋਲੋਜੀ ਦੇ ਵਿੱਚ ਬੜੇ ਲੋਕੀ ਸਮਥਿੰਗ ਕਾਲਡ ਐਜ਼ ਅ ਡੋਨਰ ਨੈਫ੍ਰੈਕਟਮੀ, ਕਿ ਕਿਸੇ ਨੂੰ ਜੇ ਕਿਡਨੀ ਟ੍ਰਾਂਸਪਲਾਂਟ ਕਰਵਾਉਣਾ ਤੇ ਜਿਹੜਾ ਬੰਦਾ ਕਿਡਨੀ ਡੋਨੇਟ ਕਰ ਰਿਹਾ ਉਹਨੂੰ ਇਹ ਨੋਟਸ ਟੈਕਨੀਕ ਦੇ ਨਾਲ ਕਿਡਨੀ ਉਹਨਾਂ ਦੀ ਕੀਤੀ ਜਾ ਸਕਦੀ ਹੈ। ਤੇ ਜਦੋਂ ਜਿਹੜੀ ਕਿਡਨੀ ਸਾਲਵੇਜ ਕੱਢਣੀ ਆ ਕੱਢੀ ਆ ਉਹ ਲੇਡੀਜ਼ ਦੇ ਵਿੱਚ ਇਹ ਟੈਕਨੀਕ ਬੇਸਿਕਲੀ ਨੋਟਸ ਕੀਤੀ ਜਾਂਦੀ ਹੈ। ਪਹਿਲਾ ਵੀਡੀਓ ਸਭ ਤੋਂ ਪਹਿਲਾਂ ਸਵਾਲ ਆਉਂਦਾ ਕਿਉਂਕਿ ਸਾਰਾ ਇੰਡੀਅਨ ਜੋ ਮੈਂ ਅੱਗੇ ਦਿਖਾਉਣ ਵਾਲਾ ਸਾਰਿਆਂ ਨੂੰ ਆਉਣਾ ਕਿ ਡਾਕਟਰ ਸਾਹਿਬ ਇਹ ਜੋ ਤੁਸੀਂ ਦੇਖਣ ਵਾਲੇ ਹੋ ਦਿਸ ਇਜ਼ ਦ ਯੂਟਰਸ, ਦਿਸ ਇਜ਼ ਦ ਫਲੋਪੀਅਨ ਟਿਊਬ ਲੇਡੀਜ਼ ਦੀ ਆ ਸਾਈਡ ਦੇ ਤੇ ਇਹ ਓਵਰੀ ਹੈਗੀ ਹੈ। ਅਸੀਂ ਇੱਥੋਂ ਦੀ ਦਿਸ ਇਜ਼ ਰੈਕਟਮ ਜਿੱਥੋਂ ਸਾਡੀ ਟੱਟੀ ਵਾਲੀ ਅੰਤਰੀ ਜਾਂਦੀ ਹੈ। ਬਾਹਰੋਂ ਦੇਖਣ ਨੂੰ ਲੇਡੀਜ਼ ਦਾ ਜਿਹੜਾ ਓਪਨਿੰਗ ਹੈਗਾ ਦੈਟ ਇਜ਼ ਅ ਵੈਜਿਨਾ। It is a social taboo to even talk about it, but we are doctors and surgeons. For us, skin here or there, ਸਿਰ ਦੇ ਉੱਪਰ ਹੈ ਪੈਰ ਦੇ ਉੱਤੇ, it is just about the same. ਕੰਪੈਰੀਜ਼ਨ ਇਹ ਹੈ ਕਿ ਸਭ ਤੋਂ ਪਹਿਲਾ ਸਵਾਲ ਲੋਕਾਂ ਨੇ ਕਹਿਣਾ ਜਦੋਂ ਅਸੀਂ ਗੋਲ ਬੈਡਰ ਇੱਥੋਂ ਦੀ ਕੱਢਣਾ ਹੈ ਜਾਂ ਇੱਕ ਇੱਥੇ ਮੋਰੀ ਪੰਕਚਰ ਓਵਰੀ ਨੂੰ ਬਿਲਕੁਲ ਕੁਝ ਨਹੀਂ ਕਰ ਰਹੇ। ਅੱਗੇ ਤੁਸੀਂ ਦੇਖੋਗੇ ਕਿ ਇਨ ਬਿਟਵੀਨ ਦਾ ਰੈਕਟਮ ਜਿਹੜਾ ਸਾਡੀ ਟੱਟੀ ਵਾਲੀ ਆਂਤੜੀ ਹੈ ਏਨਸ ਅੱਗੇ ਇਹਦਾ ਮੈਂ ਕੰਪੈਰੀਜ਼ਨ ਸਾਡੇ ਮੂੰਹ ਦੇ ਨਾਲ ਕਰਾਂਗਾ। ਅਸੀਂ ਆਪਣੇ ਮੂੰਹ ਦੇ ਵਿੱਚੋਂ ਸਾਹ ਵੀ ਲੈ ਲੈਂਦੇ ਹਾਂ, ਖਾਣਾ ਵੀ ਖਾ ਲੈਂਦੇ ਹਾਂ, ਪਰ ਅੰਦਰ ਜਾ ਕੇ ਸਾਡੀ ਕੈਵਿਟੀ ਇੱਕ ਫੂਡ ਪਾਈਪ ਲੱਗ ਗਿਆ ਤੇ ਅੰਦਰ 에ਅਰਵੇ ਜਿਹੜਾ ਥੋਰੈਕਸ ਦਾ ਸਿਸਟਮ ਉਹ ਬਿਲਕੁਲ ਲੱਗ ਗਿਆ। ਸਿਮਿਲਰਲੀ ਨੈਚੁਰਲੀ ਰੱਬ ਵੱਲੋਂ ਲੇਡੀਜ਼ ਦਾ ਵੀ ਜਿਹੜਾ ਐਕਸਟਰਨਲ ਓਪਨਿੰਗ ਹੈ ਫॉर द डिलीवरी ऑफ अ बेबी मे बी ਓਪਨਿੰਗ ਬਾਹਰ ਇੱਕ ਹੈ ਬਟ ਇੰਟਰਨਲੀ ਇਟ ਇਜ਼ ਅ ਕੈਵਿਟੀ। ਪੇਸ਼ੈਂਟ ਨੂੰ ਤਾਂ ਸਿਰਫ ਬਾਹਰ ਦਾ ਓਪਨਿੰਗ ਦਿਖਦਾ ਔਰ ਉਸ ਅਸੀਂ ਕੈਵਿਟੀ ਦੇ ਵਿੱਚ ਜਿਹੜਾ ਸੇਫ ਏਰੀਆ ਹੈਗਾ ਉੱਥੇ ਆਰਾਮ ਦੇ ਨਾਲ ਅਸੀਂ ਯੂਜ਼ ਕਰਦੇ ਹਾਂ। ਐਂਡ ਪਹਿਲੀ ਸਰਜਰੀ ਇਸ ਏਰੀਆ ਦੇ ਵਿੱਚ in the year 1940 ਚ ਹੋਈ ਸੀ। this is not what I invented। 1940 ਦੇ ਵਿੱਚ ਸਰਜਰੀ ਜਿਹੜਾ ਵੈਜਿਨਾ ਦੇ ਵਿੱਚੋਂ ਇੰਟੈਸਟਾਈਨਲ ਸਰਜਰੀ, ਟਿਊਬਾਂ ਦੀ ਸਰਜਰੀ, ਓਵਰੀਜ਼ ਦੀ ਸਰਜਰੀ, ਕਈ ਲੇਡੀਜ਼ ਦਾ ਇੱਥੇ ਪਸ ਪੈ ਜਾਂਦੀ ਹੈ ਇਸ ਏਰੀਆ ਦੇ ਵਿੱਚ, ਉਹ ਪਹਿਲੀ ਸਰਜਰੀ 1940 ਚ ਹੋਈ ਹੈ ਔਰ ਉਸ ਤੋਂ ਬਾਅਦ ਬਹੁਤ ਸਰਜਰੀਜ਼ ਇਹਦੇ ਥਰੂ ਕੀਤੀਆਂ ਗਈਆਂ ਨੇ very safely। so it is not a new thing to use something called as a transvaginal route।